अस्सलाम वालेकुम। मेरी आदत है भी डेली दोपहर ਨੂੰ ਨਾ ਇਸ ਟਾਈਮ ਅੱਜ ਕੱਲ੍ਹ ਛੁੱਟੀਆਂ ਵਾ ਤੇ ਮੈਂ ਇੱਥੇ ਪਾਰਕ 'ਚ ਆ ਜਾਂਦਾ ਵੀ ਚੱਡ ਬੈਠ ਕੇ ਚਲਾ ਗਿਆ। ਸ਼ਾਮ ਨੂੰ ਨਹੀਂ ਆਉਂਦਾ ਵੀ ਸ਼ਾਮ ਨੂੰ ਇੱਥੇ ਫੈਮਲੀਆਂ ਆਉਂਦੀਆਂ ਰਸ਼ ਹੁੰਦਾ। ਕੱਲ੍ਹ ਇਸ ਟਾਈਮ ਮੈਂ ਆਇਆ ਬੈਠਾ ਸੀ, ਮੈਨੂੰ ਆਏ ਨੂੰ ਤਕਰੀਬਨ ਅੱਧਾ ਕੁ ਘੰਟਾ ਹੋਇਆ ਹੋਣਾ ਇੱਥੇ ਬੈਠਾ ਸੀ ਤੇ ਪਾਰਕ ਦੀ ਇੰਤਜ਼ਾਮੀਆਂ ਦੇ 2 ਬੰਦੇ ਤੇ ਜਿਹੜੀ ਕੰਟੀਨ ਲਈ ਆ ਪਾਰਕ ਦੀ ਜਿਨ੍ਹਾਂ ਨੇ ਠੇਕੇ ਤੇ ਉਹ 2 ਬੰਦੇ ਉਹ ਮੇਰੇ ਕੋਲ ਆ ਗਏ। ਉਹਨੇ ਕਿਹਾ ਜੀ ਚੋਈ ਸਾਹਿਬ ਤੁਸੀਂ ਇੱਥੇ ਕਿੱਦਾਂ ਬੈਠੇ? ਮੈਂ ਕਿਹਾ ਜੀ ਮੈਂ ਤਾਂ ਡੇਲੀ ਬੰਦਾ ਆ ਕੇ। ਕੰਟੀਨ ਵਾਲਾ ਬੰਦਾ ਕਹਿਣ ਲੱਗਾ ਵੀ ਭਾਈ ਆਹ ਭਾਈ ਤਾਂ ਡੇਲੀ ਬੰਦਾ ਜੀ ਡੇਲੀ ਆਉਂਦਾ। ਮੈਂ ਕਿਹਾ ਉਹ ਕਹਿੰਦੇ ਜੀ ਠੀਕ ਆ। ਕਹਿੰਦੇ ਭਾਈ ਗੱਲ ਆ ਜਾ ਸਾਡੇ ਨਾਲ, ਉਹ ਜਿਹੜੀ ਜੋੜੀ ਬੈਠੀ ਹੈ ਨਾ ਸਾਹਮਣੇ ਬੈਂਚ ਤੇ ਉਹਨਾਂ ਨੂੰ ਫੜਨਾ। ਮੈਂ ਕਿਹਾ ਖਿਆਲ ਆ ਕਿਉਂ ਫੜਨਾ? ਕਹਿੰਦੇ ਜੀ ਉਹ ਕੁੜੀ ਮੁੰਡਾ ਪੜਾਕੂ ਆ ਦੋਨੋਂ ਤੇ ਮੀਆਂ ਬੀਵੀ ਨਹੀਂ ਹੈਗੇ, 3 ਘੰਟੇ ਹੋ ਗਏ ਉਹਨਾਂ ਨੂੰ ਇੱਥੇ ਬੈਠੇ ਆ ਤੇ ਆ ਜਾਓ ਉਹਨਾਂ ਨੂੰ ਫੜ ਲਈਏ। ਉਹ ਤੁਰ ਪਏ ਕੁੜੀ ਮੁੰਡੇ ਵਾਲੀ ਸਾਈਡ ਨੂੰ, ਮੈਂ ਵੀ ਨਾਲ ਤੁਰ ਪਿਆ। ਉਹਨਾਂ ਨੇ ਜਾ ਕੇ ਮੁੰਡੇ ਨੂੰ ਬਾਹਾਂ ਤੋਂ ਫੜ ਲਿਆ ਤੇ ਕੁੜੀ ਨੂੰ ਵੀ ਕਹਿੰਦੇ ਚੱਲ ਵੀ ਕੁੜੀ ਨਾਲ ਸਾਡੇ। ਕੁੜੀ ਨੂੰ ਵੀ ਫੜਨ ਲੱਗੇ। ਮੈਂ ਕਿਹਾ ਵੀ ਕੁੜੀਆਂ ਨੂੰ ਹੱਥ ਨਹੀਂ ਲਾਈਦਾ, ਇਹਨੂੰ ਛੱਡ ਦਿਓ। ਉਹਨੇ ਕਿਹਾ ਵੀ ਚੱਲ ਨਾਲ ਤੁਰ ਕੁੜੀ ਨੂੰ ਕਹਿੰਦੇ। ਜਦੋਂ ਤੁਰ ਪਏ ਨਾ ਨਾਲ ਲੈ ਕੇ, ਨਾਲ ਮੋਟਰਸਾਈਕਲ ਵੀ ਸੀ ਮੁੰਡੇ ਦਾ। ਮੈਂ ਕਿਹਾ ਯਾਰ ਤੁਸੀਂ ਇੱਦਾਂ ਕਰੋ, ਤੁਸੀਂ ਕੰਟੀਨ 'ਤੇ ਚਲੋ ਤਾਂ ਮੈਂ ਇਹਨਾਂ ਨੂੰ ਲੈ ਕੇ ਆਉਣਾ ਨਾਲ। ਉਹਨਾਂ ਚਾਰਾਂ ਨੂੰ ਮੈਂ ਤੋਰਦਾ। ਮੈਂ ਕਿਹਾ ਚਲੋ ਕੰਟੀਨ ਵਾਲੀ ਸਾਈਡ 'ਤੇ। ਜਦੋਂ ਤੁਰ ਪਏ ਨਾ ਜਰੀ ਦੂਰ ਹੋਏ ਮੇਰੇ ਤੋਂ ਕੋਈ 15-20 ਕਦਮ, ਤੇ ਮੈਂ ਮੁੰਡੇ ਨੂੰ ਨੇੜੇ ਹੋ ਕੇ ਕਿਹਾ, ਮੈਂ ਕਿਹਾ ਓਏ ਉਰੇ ਗੱਲ ਸੁਣ। ਮੈਂ ਕਿਹਾ ਹੁਣ ਇੱਦਾਂ ਕਰ, ਮੋਟਰਸਾਈਕਲ ਨੂੰ ਕਿੱਕ ਮਾਰ ਤੇ ਕੁੜੀ ਨੂੰ ਪਿੱਛੇ ਬਿਠਾ। ਮੈਂ ਕਿਹਾ ਤਾਂ ਦਫਾ ਹੋ ਜਾ ਇੱਥੋਂ, ਤਿੱਤਰ ਹੋ ਜਾ। ਮੈਂ ਕਿਹਾ ਸਲੋ ਨਾ ਕਰੀ ਮੋਟਰਸਾਈਕਲ ਨੂੰ, ਜੇ ਮੈਂ ਕਿਹਾ ਤੂੰ ਫਸ ਗਿਆ ਤਾਂ ਪਤਾ ਨਹੀਂ ਇਹਨਾਂ ਨੇ ਤੇਰੇ ਨਾਲ ਕੀ ਕਰਨਾ। ਮੈਂ ਕਿਹਾ ਹੁਣ ਇਹਨੂੰ ਰੋਕੀ ਸ਼ੋਕੀ ਨਾ, ਚਾਹੇ ਕੋਈ ਬੰਦਾ ਵੀ ਅੱਗੇ ਆ ਜਾਵੇ। ਉਹਨੇ ਕੁੜੀ ਨੂੰ ਪਿੱਛੇ ਬਿਠਾਇਆ ਤੇ ਰੇਸ ਦਿੱਤੀ ਤੇ ਨਾਲੋਂ ਛਾਂ ਕਰਕੇ ਲੰਘ ਗਿਆ। ਅੱਗੇ ਬੰਦੇ ਨੇ ਹੋਣ ਦੀ ਕੋਸ਼ਿਸ਼ ਕੀਤੀ, ਫਿਰ ਡਰਦਾ ਹੋਇਆ ਪਿੱਛੇ ਨੂੰ ਹੋ ਗਿਆ। ਗੱਲ ਆ ਵਾ ਕਿ ਕੁੜੀ ਮੁੰਡਾ ਭੱਜ ਗਏ, ਮੈਂ ਭਜਾ ਤੇ। ਲੇਕਿਨ ਕੱਲ੍ਹ ਦਾ ਮੈਂ ਸੋਚੀ ਪਿਆ ਵਾਂ ਵੀ ਅਗਰ ਉਹ ਨਾ ਭੱਜ ਸਕਦੇ, ਮੈਂ ਉੱਥੇ ਮੌਜੂਦ ਨਾ ਹੁੰਦਾ ਪਾਰਕ ਵਿੱਚ, ਤੇ ਕੀ ਬਣਦੀ ਉਹਨਾਂ ਦੇ ਨਾਲ। ਉਹਨਾਂ ਨੇ ਕੋਈ ਚੰਗੀ ਨਹੀਂ ਸੀ ਬਣਨੀ। ਉਹਨਾਂ ਬੰਦਿਆਂ ਨੇ ਉਹਨਾਂ ਨੂੰ ਬੇਇੱਜ਼ਤੀ ਵੀ ਕਰਨੀ ਸੀ, ਲਿੱਤਰ ਪੋਲਾ ਵੀ ਕਰਨਾ ਸੀ, ਵੀਡੀਓ ਵੀ ਬਣਾਉਣੀ ਸੀ, ਪੁਲਿਸ ਦੇ ਹਵਾਲੇ ਵੀ ਕਰਨਾ ਸੀ। ਹੋ ਸਕਦਾ ਜਿਹੜੇ ਹਾਲਾਤ ਚੱਲ ਰਹੇ ਆ ਕੁੜੀ ਨਾਲ ਪਤਾ ਨਹੀਂ ਕੀ ਕਰਦੇ। ਅਗਰ ਇਹ ਵੀਡੀਓ ਬਣਾ ਲੈਂਦੇ, ਵੀਡੀਓ ਲੀਕ ਹੋ ਜਾਂਦੀ ਤੇ ਕੀ ਬਣਨੀ ਸੀ ਮੁੰਡੇ ਦੇ ਨਾਲ, ਕੀ ਬਣਨੀ ਸੀ ਕੁੜੀ ਦੇ ਨਾਲ। ਜੋ ਮੁੰਡੇ ਨੂੰ ਤਾਂ ਸਾਡਾ ਮੁਆਸ਼ਰਾ ਮਾफ़ ਕਰ ਦਿੰਦਾ, ਕੁੜੀ ਨੂੰ ਤਾਂ ਕਿਸੇ ਨੇ ਮਾफ़ ਨਹੀਂ ਸੀ ਕਰਨਾ। ਫਿਰ ਕੀ ਕਰਨਾ ਪੈਣਾ ਸੀ? ਕੁੜੀ ਨੂੰ ਹਰਾਮ ਮੌਤ ਮਰਨਾ ਪੈਣਾ ਸੀ, ਗਲ 'ਚ ਫੰਦਾ ਲੈਣਾ ਪੈਣਾ ਸੀ। ਇੱਦਾਂ ਹੀ ਹੁੰਦੀ ਆ ਨਾ, ਮੁੰਡਾ ਤਾਂ ਚਲੋ ਬਚ ਜਾਂਦਾ ਤੇ ਕੁੜੀਆਂ ਨਹੀਂ ਬਚਦੀਆਂ। ਕੁੜੀ ਆਪ ਨਾ ਮਰੇ, ਖੁਦਕੁਸ਼ੀ ਨਾ ਕਰੇ, ਤੇ ਜਿਹੜੇ ਘਰ ਵਾਲੇ ਹੁੰਦੇ ਆ ਉਹ ਮਾਰ ਦਿੰਦੇ ਆ ਬਦਨਾਮੀ ਤੋਂ ਡਰਦੇ ਹੋਏ। ਇਹਦੇ 'ਚ ਸਿਰਫ ਕੁੜੀ ਮੁੰਡੇ ਦਾ ਕਸੂਰ ਨਹੀਂ ਹੈਗਾ, ਸਾਡਾ ਵੀ ਕਸੂਰ ਹੈਗਾ। ਅਸੀਂ ਨਿਆਣਿਆਂ ਨੂੰ ਮੋਬਾਈਲ ਲੈ ਕੇ ਦਿੱਤੇ ਆ ਫੁੱਟ ਦੇ, ਉਹਨਾਂ ਨੂੰ ਪੁੱਛਦੇ ਹੀ ਨਹੀਂ ਵੀ ਤੁਸੀਂ ਮੋਬਾਈਲ 'ਚ ਕੀ ਦੇਖ ਰਹੇ ਹੋ। ਉਹ ਜਿੰਨਾ ਚਿਰ ਨਿਆਣਾ ਪੜ੍ਹਦਾ ਹੋਵੇ, 11ਵੀਂ 12ਵੀਂ 14ਵੀਂ ਤੱਕ ਜਾਵੇ, ਬਾਸ਼ਊਰ ਨਾ ਹੋਵੇ, ਉਹਨੂੰ ਮੋਬਾਈਲ ਨਾ ਲੈ ਕੇ ਦਿਆ ਕਰੋ। ਸਾਡੇ 10-10 12-12 ਸਾਲ ਦੇ ਨਿਆਣੇ ਆ, ਉਹ ਘਰ ਰੋ ਪੈਂਦੇ ਆ, ਮਾਂ ਪਿਓ ਨਾਲ ਮੋਬਾਈਲ ਲੈ ਦਿੰਦੇ। ਨਿਆਣਾ ਰੋਂਦਾ ਸੀ, ਇਹਨੂੰ ਮੋਬਾਈਲ ਲੈ ਕੇ ਦੇ ਦਿੱਤਾ। ਤਾਂ ਮੋਬਾਈਲ ਦੇਖ ਕੇ ਨਿਆਣੇ ਕੁੜੀਆਂ ਮੁੰਡੇ ਇੱਦਾਂ ਖਰਾਬ ਹੁੰਦੇ ਆ, ਇੱਦਾਂ ਬੇਰਾਹ ਰਵੀ ਦਾ ਸ਼ਿਕਾਰ ਹੁੰਦੇ ਆ। ਅੱਜ ਕੱਲ੍ਹ ਤੁਸੀਂ ਦੇਖ ਲਓ ਕਾਲਜਾਂ ਵਿੱਚ, ਯੂਨੀਵਰਸਿਟੀਆਂ ਦੇ ਵਿੱਚ, ਜਿੱਥੇ ਵੀ ਦੇਖ ਲਓ ਜੋੜੀਆਂ ਬੈਠੀਆਂ ਹੁੰਦੀਆਂ ਗਰਾਸੀ ਪਲਾਟਾਂ ਵਿੱਚ, ਅਤੇ ਉਹਦਾ ਨਤੀਜਾ ਕੋਈ ਕੰਟੀਨਾਂ 'ਤੇ ਬੈਠੇ ਹੁੰਦੇ ਆ, ਕੋਈ ਕਿਤੇ ਬੈਠੇ ਹੁੰਦੇ, ਕੋਈ ਕਿਤੇ ਬੈਠੇ ਹੁੰਦੇ ਆ। ਅਤੇ ਮਾਂ ਪਿਓ ਸੋਚਦਾ ਸਾਡੀ ਔਲਾਦ ਯੂਨੀਵਰਸਿਟੀ ਪੜ੍ਹਨ ਗਈ ਆ, ਕਾਲਜ ਵਿੱਚ ਪੜ੍ਹਨ ਗਈ ਆ। ਉਹਦਾ ਨਤੀਜਾ ਦੇਖਿਆ ਕੀ ਨਿਕਲਦਾ? ਫਿਰ ਉਹਦਾ ਨਤੀਜਾ ਇੱਦਾਂ ਹੀ ਨਿਕਲਦਾ। ਕਿਤੇ ਕੁੜੀ ਮੁੰਡਾ ਫਸ ਜਾਂਦੇ ਆ, ਕਿਤੇ ਕੋਈ ਮਸਲਾ ਬਣ ਜਾਂਦਾ ਵਾ, ਬਦਨਾਮੀ, ਮਾਂ ਪਿਓ ਲਈ ਬਦਨਾਮੀ ਦਾ ਬਾਇਸ ਬਣਦੇ ਆ। ਸਾਨੂੰ ਜਿਹੜਾ ਨਾ ਆਪਣੀ ਔਲਾਦ ਦਾ ਖਿਆਲ ਰੱਖਣਾ ਚਾਹੀਦਾ। ਜਦੋਂ ਅਸੀਂ ਬੱਚੇ ਨੂੰ ਯੂਨੀਵਰਸਿਟੀ ਭੇਜਦੇ ਹਾਂ ਤਾਂ ਸਾਨੂੰ ਨਜ਼ਰ ਰੱਖਣੀ ਚਾਹੀਦੀ ਹੈ। ਦੇਖੀਏ ਪਿੱਛੇ ਵੀ ਜਾਣਾ ਚਾਹੀਦਾ, ਪਤਾ ਕਰਨਾ ਚਾਹੀਦਾ ਵੀ ਕੁੜੀ ਮੁੰਡਾ ਜਾ ਕੇ ਉੱਥੇ ਕੀ ਕਰਦੇ ਆ। ਅਸੀਂ ਜਾਂਦੇ ਹੀ ਨਹੀਂ। ਅਸੀਂ ਆਪਣੀ ਔਲਾਦ ਨੂੰ ਦੀਨ ਤੋਂ ਦੂਰ ਰੱਖਿਆ ਹੋਇਆ, ਦੀਨ ਦੀ ਤਾਲੀਮ ਹੀ ਨਹੀਂ ਦਿੰਦੇ। ਉਹਨੂੰ ਦੱਸਦੇ ਨਹੀਂ ਧੀ ਨੂੰ ਵੀ ਪੁੱਤ ਹਜਾ ਕੀ ਚੀਜ਼ ਹੁੰਦੀ ਆ, ਪਰਦਾ ਕੀ ਚੀਜ਼ ਹੁੰਦਾ। ਅਸੀਂ ਆਪਣੀ ਔਲਾਦ ਨੂੰ ਦੱਸਦੇ ਹੀ ਨਹੀਂ ਪਰਦੇ ਦੇ ਬਾਰੇ ਵਿੱਚ। ਸਾਡਾ ਹੱਕ ਬਣਦਾ ਵੀ ਧੀ ਨੂੰ ਹਜਾ ਦੇ ਬਾਰੇ, ਦੁਪੱਟੇ ਦੇ ਬਾਰੇ, ਪਰਦੇ ਦੇ ਬਾਰੇ 'ਚ ਦੱਸੀਏ, ਆਪਣੇ ਮੁੰਡੇ ਨੂੰ ਸਮਝਾਈਏ ਪੁੱਤ ਹਜਾ ਕੀ ਚੀਜ਼ ਆ। ਮੇਰੇ ਆਕਾ ਨੇ ਫਰਮਾਇਆ ਜਿਹਦੇ 'ਚ ਹਜਾ ਨਹੀਂ ਉਹ ਇਹਦੇ 'ਚ ਈਮਾਨ ਹੀ ਹੈ ਨਹੀਂ। ਸਾਨੂੰ ਸੋਚਣ ਦੀ ਜ਼ਰੂਰਤ ਆ, ਆਪਣੇ ਬੱਚਿਆਂ 'ਤੇ ਨਜ਼ਰ ਰੱਖਣ ਦੀ ਜ਼ਰੂਰਤ ਆ। ਆਪਣੇ ਬੱਚਿਆਂ ਦੇ ਜਿਹੜੇ ਬੱਚੇ ਨੌਜਵਾਨ ਹੋ ਰਹੇ ਆ, ਜਿਹੜੀਆਂ ਬੱਚੀਆਂ ਨੌਜਵਾਨ ਹੋ ਰਹੀਆਂ, ਉਹਨਾਂ 'ਤੇ ਨਜ਼ਰ ਰੱਖੋ। ਉਹਨਾਂ ਨੂੰ ਅਗਰ ਮੋਬਾਈਲ ਲੈ ਕੇ ਦਿੱਤਾ ਵਾ, ਮੋਬਾਈਲ ਦੇਖੋ ਕਿੱਦਾਂ ਇਸਤੇਮਾਲ ਕਰਦੇ ਆ। ਅਗਰ ਬਾਹਰ ਜਾਂਦੇ ਆ ਦੇਖੋ ਕਿੱਥੇ ਫਿਰਦੇ ਆ, ਉਹਨਾਂ ਦੇ ਪਿੱਛੇ ਜਾਓ।
ਉਹਨਾਂ ਦੇ ਕਾਲਜਾਂ 'ਚ ਯੂਨੀਵਰਸਿਟੀਆਂ 'ਚ ਪਤਾ ਕਰੋ, ਤਾਂ ਕਿ ਕੱਲ੍ਹ ਨੂੰ ਕੋਈ ਹਾਦਸਾ, ਕੋਈ ਐਸਾ ਅਫਸੋਸਨਾਕ ਵਾਕਿਆ ਪੇਸ਼ ਨਾ ਆਵੇ। ਉਮੀਦ ਆ ਤੁਸੀਂ ਮੇਰੀ ਗੱਲ ਸਮਝ ਰਹੇ ਹੋਵੋਗੇ। ਅਗਰ ਗੱਲ ਮੇਰੀ ਤੁਹਾਡੇ ਜ਼ਿਹਨ 'ਚ ਆਈ ਆ, ਚੰਗੀ ਲੱਗੀ ਆ, ਮੈਨੂੰ ਇਸ ਗੱਲ ਨੂੰ ਅੱਗੇ ਟੋਰੋ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਫਾਲੋ ਕਰੋ, ਇਸ ਗੱਲ ਨੂੰ ਅੱਗੇ ਟੋਰੋ ਤੇ ਆਪਣੇ ਬੱਚਿਆਂ ਦਾ ਧਿਆਨ ਰੱਖੋ। ਤੁਹਾਡੇ ਬੱਚਿਆਂ ਦਾ ਸਿਰਫ ਤੁਸੀਂ ਧਿਆਨ ਰੱਖਣਾ, ਕਿਸੇ ਹੋਰ ਨੇ ਨਹੀਂ ਰੱਖਣਾ। ਅੱਲਾਹ ਤਾਲਾ ਤੁਹਾਡਾ ਹਾਮੀ ਨਾਸਰ ਹੋਵੇ। ਹੱਸਦੇ ਰਹੋ, ਵਸਦੇ ਰਹੋ, ਰੱਬ ਰਾਖਾ।